वाहिगुरु जी का खालसा वाहिगुरु जी की फतेह। सीजन टीम बहुत खुशी हैगी ਅਸੀਂ ਪਹੁੰਚੇ ਹੈਗੇ ਬਰਲਿਨ ਕੈਪੀਟਲ ਸਿਟੀ ਜਰਮਨੀ ਜਿੱਥੇ ਅਸੀਂ ਸਿੱਖ ਸੰਗਤ ਨੂੰ ਮਿਲ ਕੇ ਜਾਣਕਾਰੀ ਲੈਣੀ ਖੁਸ਼ੀਆਂ ਪ੍ਰਾਪਤ ਕਰਨੀਆਂ। ਇੱਥੇ ਕਾਫੀ ਬੜਾ ਮਹਾਨ ਗੁਰਪੁਰਬ ਦੀ ਖੁਸ਼ੀ ਦੇ ਵਿੱਚ 5.5 ਸਾਲਾ ਪ੍ਰੋਗਰਾਮ ਰੱਖੇ ਗਿਆ। ਅਸੀਂ ਪਹਿਲਾਂ ਮਿਲੂਗੇ ਹਰਜਿੰਦਰ ਸਿੰਘ ਇੱਥੇ ਦੇ ਬਰਲਿਨ ਦੇ ਵਾਸੀ ਜਿਹਨੂੰ ਕਾਫੀ ਦੇਰ ਹੋ ਗਈ 20 ਸਾਲ ਉੱਪਰ ਹੋ ਗਏ ਇੱਥੇ ਗੁਰਦੁਆਰਾ ਸਾਹਿਬ ਨਾਲ ਜੋੜਿਆਂ ਨੂੰ ਸੇਵਾ ਕਰਦਿਆਂ ਨੂੰ। ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਆਪਣੀ ਥੋੜ੍ਹੀ ਜਿਹੀ ਤੁਸੀਂ ਪਹਿਲਾਂ ਜਾਣਕਾਰੀ ਦੱਸੋ ਕਿ ਕਦੋਂ ਤੁਸੀਂ ਬਰਲਿਨ ਪਹੁੰਚੇ ਤੁਹਾਡਾ ਕਾਰੋਬਾਰ ਤਾਂ ਕਿਸ ਤਰ੍ਹਾਂ ਤੁਸੀਂ ਇੱਥੇ ਸੇਵਾ ਕਰਦੇ ਗੁਰਦੁਆਰਾ ਸਾਹਿਬ। ਸਰ 1995 'ਚ ਅਸੀਂ ਬਰਲਿਨ ਆਏ ਗੁਰੂ ਘਰ ਜੀ। ਪਹਿਲਾਂ ਤਾਂ ਅਸੀਂ ਕੱਪੜੇ ਦਾ ਕੰਮ ਕਰਦੇ ਸੀ ਮਾਰਕੀਟਾਂ 'ਚ ਸਟੈਂਡ ਲਾਉਂਦੇ ਹੁੰਦੇ ਜੀ। ਉਸ ਤੋਂ ਬਾਅਦ ਆਪਣੀ ਮੇਰੀ ਲਿਮਸ ਮਿਡਲ ਦੀ ਦੁਕਾਨ ਆ ਹੁਣ ਜੀ ਬਰਲਿਨ 'ਚ ਨਾ ਅਤੇ 4 ਸਾਲ ਹੋ ਗਿਆ ਦੁਕਾਨ ਖੋਲ੍ਹੀ ਨੂੰ ਬਰਲਿਨ 'ਚ ਜੀ। ਕਾਫੀ ਮਿਹਰਾਂ ਹੈਗੀਆਂ ਇੱਥੇ ਗੁਰਦੁਆਰਾ ਸਾਹਿਬ ਪ੍ਰਾਪਤ ਕੀਤਾ ਸਾਰੀ ਸੰਗਤ ਨੇ ਜੋਰ ਮਿਲ ਕੇ। ਹਾਂਜੀ ਬਰਲਿਨ ਗੁਰੂ ਘਰ ਜੀ ਸੰਗਤਾਂ ਦੀ ਬੜੀ ਮਿਹਨਤ ਨਾਲ ਸੀ ਗੁਰੂ ਘਰ ਲਿਆ ਬਰਲਿਨ 'ਚ। ਇੰਨੀ ਸਾਨੂੰ ਖੁਸ਼ੀ ਆ ਵੀ ਇੱਕੋ ਗੁਰੂ ਘਰ ਸਾਡਾ ਬਰਲਿਨ 'ਚ, ਨਹੀਂ ਤਾਂ ਆਮ ਸ਼ਹਿਰਾਂ 'ਚ 2-2 3-3 ਗੁਰੂ ਘਰ ਨੇ ਅਤੇ ਇੱਥੇ ਬੜੀ ਕਿਰਪਾ ਜੀ ਸਾਰੀ ਸਾਧ ਸੰਗਤ ਰਲ ਮਿਲ ਕੇ ਇੱਕੋ ਗੁਰੂ ਘਰ ਬਣਾਇਆ ਵਾ ਅਤੇ ਸਾਰੀ ਸੇਵਾ ਦਿਲੋਂ 'ਚ ਹੋ ਕੇ ਕਰਦੇ ਜੀ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਆਪਣੇ ਡਾਕਟਰ ਗੁਰਦੀਪ ਸਿੰਘ ਜੀ UK ਤੋਂ ਪਹੁੰਚੇ। ਇਹ ਵੀ ਇੱਥੇ ਕਾਫੀ VIP ਸਪੀਕਰ ਤੌਰ 'ਤੇ ਪਹੁੰਚੇ। ਹੋਰ ਵੀ ਕਾਫੀ ਸਪੀਕਰ ਆਉਣੇ ਹੈਗੇ ਸਾਰੇ ਜਰਮਨੀ ਤੋਂ MP ਪਹੁੰਚਨੇ ਮੇਅਰ ਪਹੁੰਚਨੇ। ਇਹਨੇ ਵੀ ਉੱਥੇ ਜਾ ਕੇ ਆਪਣੀ ਟੋਕ ਦੇਣੀ ਗੁਰਪੁਰਬ ਦੇ ਸੰਬੰਧ ਦੇ ਵਿੱਚ। ਡਾਕਟਰ ਸਾਹਿਬ ਤੁਸੀਂ ਵੀ ਆਪਣੀ ਜਾਣਕਾਰੀ ਦੇਵੋ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਲ ਸਾਹਿਬ ਬੜੀ ਖੁਸ਼ੀ ਹੋਈ, ਪਹਿਲਾਂ ਤਾਂ ਤੁਹਾਡੇ ਦਰਸ਼ਨ ਕਰਕੇ ਖੁਸ਼ੀ ਹੋਈ ਹੈ ਅਤੇ ਅੱਜ ਅੱਛਾ ਲੱਗਾ ਜਿਹੜਾ ਅੱਜ ਬਰਲਿਨ ਦੀ ਸੰਗਤ ਜਿਹੜੀ ਹੈ ਇੱਕ ਇੱਥੇ ਹਾਲ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਇੱਥੋਂ ਦੇ ਮੇਅਰ MP ਜਾਂ ਇੱਥੋਂ ਦੇ ਜਿਹੜੇ ਹੋਰ ਪਤਵੰਤੇ ਆ ਉਹ ਪਹੁੰਚ ਰਹੇ ਆ। ਤਾਂ ਮੈਨੂੰ ਵੀ ਅੱਜ ਖੁਸ਼ੀ ਹੋਏਗੀ ਕਿ ਉਹਨਾਂ ਨੂੰ ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਈਡੀਓਲੋਜੀ ਜਿਹੜੀ ਹੈ ਐਕਚੁਅਲੀ ਵਟ ਐਕਚੁਅਲੀ ਵਾਜ਼ ਦਾ ਮਿਸ਼ਨ ਆਫ ਸਤਿਗੁਰੂ ਗੁਰੂ ਨਾਨਕ ਦੇਵ ਜੀ, ਤਾਂ ਉਹ ਫਿਰ ਅਸੀਂ ਉਹਨਾਂ ਨੂੰ ਦੱਸ ਸਕਾਂਗੇ ਜਿਹਦੀ ਕਿ ਬੜੀ ਲੋੜ ਵੀ ਹੈ। ਜੇ ਆਪਾਂ 500 ਸਾਲਾ ਮਨਾ ਰਹੇ ਹਾਂ ਅਤੇ ਜਿਸ ਤਰ੍ਹਾਂ ਸਿੱਖ ਚੈਨਲ ਬੜੀ ਸੇਵਾ ਕਰ ਰਹੇ ਹੈ, ਸਿੱਖ ਪੰਥ ਦੀ ਕਰ ਰਹੇ ਹੈ ਔਰ ਸਿੱਖ ਚੈਨਲ ਵੀ ਜਗ੍ਹਾ ਜਗ੍ਹਾ ਉੱਤੇ ਜਾ ਕੇ ਕਵਰ ਕਰ ਰਹੇ ਆ ਉਹਨਾਂ ਨੂੰ ਜਿਹੜੇ 550ਵਾਂ ਗੁਰਪੁਰਬ ਮਨਾ ਰਹੇ ਹੈ। ਅਤੇ ਜੇ ਇਹ ਬਰਲਿਨ ਦੀ ਸੰਗਤ ਮਨਾ ਰਹੀ ਹੈ 550ਵਾਂ ਇੱਥੇ ਹਾਲ ਲੈ ਕੇ ਇੱਥੋਂ ਦੇ ਬੰਦਿਆਂ ਨੂੰ ਸੱਦ ਕੇ, ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਦੱਸ ਸਕੀਏ ਕਿ ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਇਹ ਪਰਸਨੈਲਿਟੀ ਸੀ, ਇਹ ਸਤਿਗੁਰੂ ਨਾਨਕ ਦੇਵ ਜੀ ਦਾ ਧਰਮ ਸੀ ਔਰ ਇਸ ਰਾਹ ਦੇ ਉੱਤੇ ਸਤਿਗੁਰੂ ਨੇ ਸਾਨੂੰ ਤੋਰਿਆ। ਸਿੱਖਾਂ ਨੂੰ ਨਹੀਂ ਸਾਰੀ ਦੁਨੀਆ ਨੂੰ ਤੋਰਿਆ, ਕਿਉਂਕਿ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਭਨਾਂ ਦੇ ਨੇ, ਤਾਂ ਸਭਨਾਂ ਦੇ ਹੀ ਇਸੇ ਕਰਕੇ ਸਾਡਾ ਧਰਮ ਜਿਹੜਾ ਸਾਂਝੀਵਾਲਤਾ ਦਾ ਧਰਮ ਹੈ। ਤਾਂ ਅੱਜ ਸਾਂਝੀਵਾਲਤਾ ਦਾ ਹੀ ਅਸੀਂ ਇੱਥੇ ਸੁਨੇਹਾ ਦੇਣ ਲਈ ਪਹੁੰਚੇ ਹਾਂ। ਮੇਰਾ ਖਿਆਲ ਹੈ ਤੁਸੀਂ ਵੀ ਸਾਨੂੰ ਅਸੀਸ ਬਖਸ਼ਿਓ, ਸੰਗਤ ਵੀ ਅਸੀਸ ਬਖਸ਼ੇ, ਤਾਂ ਕਿ ਅੱਜ ਅਸੀਂ ਇਹਨਾਂ ਨੂੰ ਗੋਰਿਆਂ ਨੂੰ ਦੱਸ ਸਕੀਏ ਕਿ ਹਾਂ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਰਮ ਹੈ, ਜਿਸ ਧਰਮ ਦੇ ਵਿੱਚ ਪਹਿਲੀ ਗੱਲ ਭਾਈ ਗੁਰਦਾਸ ਜੀ ਨੇ ਕਹੀ ਸੀ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਕਿਹੜੀ ਧੁੰਦ ਸੀਗੀ ਔਰ ਕਿਹੜੇ ਜਗ ਦੇ ਵਿੱਚ ਸਤਿਗੁਰੂ ਨੇ ਚਾਨਣ ਕੀਤਾ ਔਰ ਕਿਸ ਰੋਸ਼ਨੀ ਦੇ ਵਿੱਚ ਅੱਜ ਸਾਰਾ ਜਗ ਜੀ ਰਿਹਾ, ਇਹ ਆਪਾਂ ਅੱਜ ਸਾਰਾ ਦੱਸਾਂਗੇ। ਬਹੁਤ ਬਹੁਤ ਖੁਸ਼ੀ ਡਾਕਟਰ ਗੁਰਦੀਪ ਸਿੰਘ ਜੀ ਪਹੁੰਚੇ ਬਰਲਿਨ ਦੀ ਸੰਗਤ ਨੂੰ ਜਾਣਕਾਰੀ ਦਿਓ ਕਿ ਸਾਰਾ ਕਾਫੀ ਵਧੀਆ ਸਪੀਚ ਕਰੋਗੇ। ਉਹ ਵੀ ਸਾਰਾ ਚੈਨਲ 'ਤੇ ਅਸੀਂ ਸਾਨੂੰ ਸਾਰਾ ਪ੍ਰੋਗਰਾਮ ਦਿਖਾ ਲੂੰਗੇ। ਅਤੇ ਸੁੱਚਾ ਸਿੰਘ ਸਾਨੂੰ ਜੁੜਿਓ ਹੈਗੇ, ਇਹ ਵੀ ਇੱਥੇ ਦੇ ਕਾਫੀ ਸੇਵਾ ਕਰਦੇ, ਕਾਫੀ ਦੇਰ ਹੋ ਗਈ ਬਰਲਿਨ ਰਹਿੰਦਿਆਂ ਨੂੰ। ਤੁਸੀਂ ਵੀ ਆਪਣੀ ਸਾਰੀ ਸੰਗਤ ਨੂੰ ਗੁਰਪੁਰਬ ਦੀ ਖੁਸ਼ੀਆਂ ਦੇਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅੱਜ ਸਾਡੇ ਗੁਰੂ ਘਰ 'ਚ ਇੱਥੇ ਸਾਡੇ ਬਰਲਿਨ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜਾ ਦਿਵਸ ਮਨਾ ਰਹੇ ਹਾਂ ਔਰ ਅਸੀਂ ਸਾਰੀ ਸੰਗਤ ਨੂੰ ਸਾਰੇ ਆਲ ਵਰਲਡ ਨੂੰ ਸਾਰੀ ਸੰਗਤ ਨੂੰ ਅਸੀਂ ਬਹੁਤ ਦਿਲੋਂ ਤਹਿ ਦਿਲੋਂ ਵਧਾਈ ਦਿੰਦੇ ਹਾਂ। ਔਰ ਅਸੀਂ ਸਿੱਖ ਚੈਨਲ ਵਾਲਿਆਂ ਦੇ ਬਹੁਤ ਤਹਿ ਦਿਲੀ ਧੰਨਵਾਦ ਕਰਦੇ ਹਾਂ ਕਿ ਜੋ ਇਹ ਸਾਡੇ ਕੋਲ ਇੱਥੇ ਆ ਕੇ ਸਾਡੀ ਕਵਰੇਜ ਕਰ ਰਹੇ ਆ ਔਰ ਸਾਰੇ ਦੁਨੀਆ ਉੱਤੇ ਆਪਣਾ ਸਾਡਾ ਮੈਸੇਜ ਪਹੁੰਚਾ ਰਹੇ ਆ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮੁੱਖ ਸੇਵਾਦਾਰ ਵੀ ਜੁੜਿਓ ਹੈਗੇ ਗੁਰਦੁਆਰਾ ਸਾਹਿਬ ਦੀ, ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇਵੋ। ਗੁਰਦੁਆਰਾ ਸਾਹਿਬ ਕਦੋਂ ਇਹ ਬਣਿਆ ਗੁਰਦੁਆਰਾ, ਤਾਂ ਸੰਗਤ ਕਿਸ ਤਰ੍ਹਾਂ ਸੰਯੋਗ ਕਰਕੇ ਇੱਥੇ ਸੇਵਾ ਕਰਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਇਸ ਵੇਲੇ ਖੁਸ਼ੀ ਆ ਕਿ ਜਿਹੜੇ ਸਿੱਖ ਚੈਨਲ ਵਾਲੇ ਆਣ ਕੇ ਸਾਡਾ ਆਲ ਵਰਲਡ ਦੇ ਵਿੱਚ ਸੁਨਾਹ ਪਹੁੰਚਾ ਰਹੇ ਨੇ। ਮੈਂ ਲੰਗਰ ਹਾਲ ਦੇ ਵਿੱਚ ਸੇਵਾਦਾਰ ਹਾਂ। ਹਰੇਕ ਦੀ ਸੇਵਾ ਕਰਨਾ ਮੇਰਾ ਫਰਜ਼ ਆ। ਉਹਦੇ ਨਾਲ ਸੇਵਾਦਾਰ
ਜਿਹੜੇ ਨੇ ਉਹ ਮੇਰੇ ਨਾਲ ਬਹੁਤ ਨੇ। ਅਸੀਂ ਸੰਗਤ ਦੀ ਪੂਰੀ ਮਨੋ ਤਨੋ ਹੋ ਕੇ ਸੇਵਾ ਕਰਦੇ ਹਾਂ ਅਤੇ ਬਰਲੀਨ ਦੀ ਜਿਹੜੀ ਸੰਗਤ ਆ ਸਾਨੂੰ ਬਹੁਤ ਹੀ ਸੰਯੋਗ ਦਿੰਦੀ ਆ। ਰਾਸ਼ਨ ਦਾ ਕੀ, ਧਨ ਦਾ ਕੀ, ਸਾਰੇ ਵਜੋਂ ਬਹੁਤ ਪਿਆਰ ਸਤਿਕਾਰ ਨਾਲ ਕੰਮ ਚੱਲ ਰਿਹਾ। ਅਤੇ ਸੋ ਹੁਣ ਅੱਜ ਜਿਹਦਾ ਦਿਹਾੜਾ ਧੰਨ ਧੰਨ ਸਤਿਗੁਰੂ ਗੁਰੂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਜਨਮ ਦਿਹਾੜਾ ਜਿਹੜਾ ਵਾ ਉਸ ਬਰਲਨ ਦੀ ਸੰਗਤ ਮਨਾ ਰਹੀ ਆ। ਬਹੁਤ ਬਹੁਤ ਆਲ ਵਰਲਡ ਨੂੰ ਗੁਰੂ ਸੱਚੇ ਪਾਤਸ਼ਾਹ ਦੇ ਜਨਮ ਦਿਹਾੜੇ ਦੀਆਂ ਬਹੁਤ 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 ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੁਰਦੁਆਰੇ ਸਾਹਿਬ ਦੀ ਸੰਗਤਾਂ, ਸੇਵਾਦਾਰ। ਹੁਣ ਅਸੀਂ ਗਾਹਾਂ ਜਾ ਕੇ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾ ਲੂੰਗੇ। ਉੱਥੇ ਕਾਫੀ ਸਾਰੇ ਧਰਮ ਦੇ ਲੋਕੀ ਪਹੁੰਚੇ ਹੈਗੇ। ਇੰਡੀਆ ਤੋਂ ਕਾਫੀ ਲੋਕੀ ਇੱਥੇ ਹੈਗੇ, ਸਟੂਡੈਂਟ ਹੈਗੇ ਆ ਸਾਰੇ ਧਰਮਾਂ ਦੇ। ਉਸ ਤਰ੍ਹਾਂ ਉੱਥੇ ਜਰਮਨ ਲੋਕ ਵੀ ਆਉਗੇ। ਇਹ ਸਾਡੀ ਖੁਸ਼ੀ ਹੈਗੀ ਆ ਵੀ ਸਾਰੇ ਸੰਗਤ ਨੂੰ ਨਾਲ ਜੋੜਨਾ ਚਾਹੀਦਾ। ਡਾਕਟਰ ਸਾਹਿਬ ਤੁਸੀਂ ਥੋੜ੍ਹੀ ਜਿਹੀ ਜਾਣਕਾਰੀ ਦੇਵੋ ਵੀ ਕਿੰਨਾ ਜ਼ਰੂਰੀ ਹੈਗਾ ਵੀ ਸਾਰੇ ਇਕੱਲੇ ਸਿੱਖ ਕਮਿਊਨਿਟੀ ਵਿੱਚ ਸੀਮਿਤ ਨਾ ਰਹਿ ਜਾਵੇ, ਸਾਨੂੰ ਹੋਰ ਵੀ ਪ੍ਰਚਾਰ ਕਰਨਾ ਚਾਹੀਦਾ। ਜਰਮਨ ਲੋਕ ਜਿਹੜੇ ਇੱਥੇ ਗੋਰੇ ਲੋਕ ਆ, ਹੋਰ ਧਰਮ ਇੰਡੀਆ ਤੋਂ ਕਾਫੀ ਸੀ ਦੇਖ ਕੇ, ਮਹਾਰਾਸ਼ਟਰ ਤੋਂ, ਵੱਖਰੇ ਸਟੇਟਾਂ ਤੋਂ ਇੱਥੇ ਸਟੂਡੈਂਟ ਪਹੁੰਚੇ ਆ, ਉਹਨਾਂ 'ਤੇ ਵੀ ਪ੍ਰਚਾਰ ਜਾਵੇ। ਜੀ ਬਲ ਸਾਹਿਬ ਤੁਸੀਂ ਬੜਾ ਅੱਛਾ ਕੁਐਸਚਨ ਕੀਤਾ। ਜਦ ਸਾਡਾ ਧਰਮ ਹੈ ਯੂਨੀਵਰਸਲ ਧਰਮ, ਜਦ ਅਸੀਂ ਗੱਲ ਹੀ ਪੂਰੇ ਯੂਨੀਵਰਸਲ ਪੂਰੇ ਬ੍ਰਹਿਮੰਡ ਦੀ ਕਰ ਰਹੇ ਹਾਂ, ਔਰ ਮੈਨੂੰ ਨਹੀਂ ਲੱਗਦਾ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਾਂ ਸਤਿਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਿਸੇ ਨੇ ਐਕਚੁਅਲੀ ਧਰਮ ਦੀ ਗੱਲ ਕੀਤੀ। ਐਕਚੁਅਲੀ ਧਰਮ ਤੋਂ ਮੇਰਾ ਜਿਹੜਾ ਮਤਲਬ ਹੈ ਕਿ ਵਾਟ ਐਕਚੁਅਲੀ ਦਾ ਰਿਲੀਜਨ ਇਜ਼। ਆਪਾਂ ਸਾਰੇ ਕਹਿ ਦਿੰਦੇ ਹਾਂ ਕਿ ਸਾਡਾ ਧਰਮ ਆ, ਸਾਡਾ ਧਰਮ ਆ, ਪਰ ਧਰਮ ਦੇ ਵਿੱਚ ਜਿਹੜੀ ਜੀਵਨ ਜਾਂਚ ਹੈ ਨਾ, ਉਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਗੁਰੂ ਨਾਨਕ ਸਾਹਿਬ ਹੀ ਉਹ ਪਹਿਲੇ ਸ਼ਖਸੀਅਤ ਨੇ। ਮੈਂ ਇੱਥੇ ਗੁਰੂ ਸ਼ਬਦ ਨਹੀਂ ਵਰਤ ਰਿਹਾ, ਪਹਿਲੀ ਸ਼ਖਸੀਅਤ ਇਸ ਕਰਕੇ ਕਿਉਂਕਿ ਹੋਰ ਵੀ ਕਈ ਪੈਗੰਬਰ ਹੋਏ ਨੇ, ਲੇਕਿਨ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇਸਤਰੀ ਦੇ ਲਈ ਆਵਾਜ਼ ਚੁੱਕੀ। ਸੋ ਕਿਉ ਮੰਦਾ ਆਖੀਏ ਜਦ ਜੰਮੇ ਰਾਜਾਨ। ਉਸ ਤੋਂ ਪਹਿਲਾਂ ਇਸਤਰੀ ਜਾਤ ਨੂੰ ਦਬਾਇਆ ਜਾ ਰਿਹਾ ਸੀ। ਅੱਜ ਵੀ ਇਸਤਰੀ ਜਾਤ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਸਤੀ ਦੀ ਰਸਮ, ਇੱਦਾਂ ਦੀਆਂ ਕਈ ਉਲਟੀਆਂ ਸਿੱਧੀਆਂ, ਜਿਹਦੇ ਵਿੱਚ ਹਰ ਪਾਸੋਂ ਇਸਤਰੀ ਨੂੰ। ਸਤਿਗੁਰੂ ਗੁਰੂ ਨਾਨਕ ਨੇ ਪਹਿਲਾਂ ਇਸਤਰੀ ਜਾਤ ਦੀ ਆਵਾਜ਼ ਚੁੱਕੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਆਉਣਾ ਤੇ ਆਪਣਾ ਸੀਸ ਤਲੀ ਤੇ ਧਰ ਕੇ ਆਉਣਾ। ਨਹੀਂ ਤਾਂ ਲੋਕ ਤੇ ਕਹਿੰਦੇ ਸੀ ਸਾਡੇ ਕੋਲ ਆ ਜਾਓ ਤੇ ਹੂਰ ਪਰੀਆਂ ਮਿਲ ਜਾਣਗੀਆਂ, ਸਾਡੇ ਕੋਲ ਆ ਜਾਓ ਤੇ ਮੁਕਤੀ ਮਿਲ ਜਾਏਗੀ। ਸਤਿਗੁਰੂ ਕਹਿੰਦੇ ਧਰਮ ਹੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਮੇਰੇ ਕੋਲ ਆਉਣਾ ਤੇ ਆਪਣਾ ਸੀਸ ਤਲੀ ਤੇ ਰੱਖ ਕੇ ਆਉਣਾ। ਇਸ ਕਰਕੇ ਜਿਹੜੇ ਸੀਸ ਤਲੀ ਤੇ ਰੱਖਿਆ ਸਿੱਖ ਹੋ ਹੀ ਹੋ ਸਕਦਾ। ਤਾਂ ਸਤਿਗੁਰੂ ਗੁਰੂ ਨਾਨਕ ਦੇ ਇਸ ਵਕਤ ਸਹੀ ਮਾਇਨਿਆਂ ਦੇ ਵਿੱਚ ਉਸ ਕਨਸੈਪਸ਼ਨ ਨੂੰ, ਸੰਦਰਭ ਨੂੰ ਦੁਨੀਆ ਤੱਕ ਵੰਡਣ ਦੀ ਲੋੜ ਹੈ, ਕਿਉਂਕਿ ਇਹ ਆਪਾਂ ਸੀਮਿਤ ਹੋ ਕੇ ਰਹਿ ਗਏ ਸਿੱਖ ਇੱਕ ਚਾਰ ਦੀਵਾਰੀ ਦੇ ਵਿੱਚ। ਜਦ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫਿਲਾਸਫੀ, ਆਈਡੀਓਲੋਜੀ, ਉਹਨਾਂ ਦਾ ਕਨਸੈਪਟ, ਉਹਨਾਂ ਦੀ ਹਰ ਗੱਲ ਜਿਹੜੀ ਸੀ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣੀ ਚਾਹੀਦੀ ਸੀ। ਮੈਂ ਧੰਨਵਾਦ ਕਰਦਾ ਬਰਲਿਨ ਦੀ ਸਾਧ ਸੰਗਤ ਦਾ, ਜਿਨ੍ਹਾਂ ਨੇ ਉਪਰਾਲਾ ਕੀਤਾ ਵੀ ਇੱਥੋਂ ਦੇ ਲੋਕਾਂ ਨੂੰ ਸੱਦਿਆ, ਇੱਥੋਂ ਦੇ ਜਿਹੜੇ ਪ੍ਰੋਫੈਸਰ ਨੇ ਜਾਂ ਜਿਹੜੇ ਵੀ ਲੋਕ ਇੱਥੋਂ ਦੇ ਆਉਣਗੇ ਉਹਨਾਂ ਨੂੰ ਆਪਾਂ ਅੱਜ ਦੱਸਣਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੀ ਫਲਸਫਾ ਸੀਗਾ, ਕਿਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਨੁੱਖਤਾ ਦੀ ਗੱਲ ਕੀਤੀ, ਕਿਸ ਤਰ੍ਹਾਂ ਸਤਿਗੁਰੂ ਨਾਨਕ ਨੇ ਕਿਹਾ ਉਸ ਪਰਮਾਤਮਾ ਦੀ ਦਰਬਾਰ 'ਚ ਜਾ ਕੇ ਪੁਕਾਰ ਕੀਤੀ, ਏਤੀ ਮਾਰ ਪਈ ਕੁਰਾਣੇ ਤੈ ਕੀ ਦਰਦ ਨਾ ਆਇਆ। ਇੱਕ ਸੱਚਾਈ ਸੀ ਉਸ ਵਕਤ ਜਦੋਂ ਸਤਿਗੁਰੂ ਨੇ ਕਿਹਾ ਖੁਰਾਸਾਨਾ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਉਹ ਇੱਕ ਸੱਚਾਈ ਸੀ ਜਿਸ ਵਕਤ ਸਤਿਗੁਰੂ ਨੇ ਕਿਹਾ ਕਿ ਏਤੀ ਮਾਰ ਪਈ ਕੁਰਾਣੇ ਤੈ ਕੀ ਦਰਦ ਨਾ ਆਇਆ। ਸਤਿਗੁਰੂ ਜੀ ਫਿਰ ਇੱਕ ਸੱਚਾਈ ਦੇ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਪਾਤਸ਼ਾਹ ਕਹਿੰਦੇ ਜੇ ਕੋਈ ਸ਼ੇਰ ਨੂੰ ਮਾਰਦਾ ਤਾਂ ਮੈਨੂੰ ਕੋਈ ਗਿਲਾ ਨਹੀਂ ਸੀ ਹੋਣਾ, ਸਕਤਾ ਸੀ ਮਾਰੇ। ਤੁਸੀਂ ਸ਼ੇਰਾਂ ਦੇ ਰੂਪ ਦੇ ਵਿੱਚ ਜਿਹੜੀਆਂ ਗਾਵਾਂ ਸਨ ਹਿੰਦੁਸਤਾਨ ਦੀਆਂ ਉਹਨਾਂ ਉੱਤੇ ਸ਼ੇਰ ਚੜ੍ਹਾ ਦਿੱਤੇ ਇੱਕ ਕਿਸਮ ਦੇ, ਅਤੇ ਫਿਰ ਸਤਿਗੁਰ ਕਹਿੰਦੇ ਨੇ ਹੋਂ ਆਪੇ ਦੋਸ਼ ਨਾ ਦਵੀਂ ਕਰਤਾ ਜਮਕਲ ਮੁਗਲ ਚੜ੍ਹਾਇਆ, ਕਿ ਪਰਮਾਤਮਾ ਤੂੰ ਦੋਸ਼ ਮੁਕਤ ਹੋ ਜਾਏਗਾ, ਕਿ ਤੇਰੀ ਰਜ਼ਾ ਦੇ ਵਿੱਚ ਸਭ ਕੁਝ ਨਹੀਂ ਹੋ ਰਿਹਾ। ਇਹ ਸਭ ਕੁਝ ਜੋ ਹੋ ਰਿਹਾ ਇਹ ਸਿਰਫ ਗੁਰੂ ਨਾਨਕ ਹੀ ਕਹਿ ਸਕਦੇ ਆ ਕਿ ਤੇਰੀ ਰਜ਼ਾ 'ਚ ਸਭ ਕੁਝ ਹੋ ਰਿਹਾ। ਤਾਂ ਸਤਿਗੁਰ ਨੇ ਇੱਕ ਸਾਨੂੰ ਰਜ਼ਾ ਦੇ ਵਿੱਚ ਰਹਿਣ ਦੀ ਗੱਲ ਸਮਝਾਈ, ਔਰ ਰਜ਼ਾ ਦੇ ਵਿੱਚ ਰਹਿਣ ਦੇ ਲਈ ਫਿਰ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਣ ਜੀ ਸਾਰੀ ਗੱਲ ਹੁਕਮ ਦੇ ਨਾਲ ਜੋੜ ਦਿੱਤੀ। ਇਹ ਸਤਿਗੁਰੂ ਨਾਨਕ ਹੀ ਕਰ ਸਕਦੇ ਸਨ। ਤਾਂ ਮੇਰੀ ਜਾਚੇ ਜਿਹੜਾ ਸਤਿਗੁਰੂ ਨਾਨਕ ਦਾ ਧਰਮ ਹੈ ਨਾ, ਅਸਲ ਵਿੱਚ ਉਸੇ ਨੂੰ ਹੀ ਆਪਾਂ ਧਰਮ ਕਹਿ ਸਕਦੇ ਹਾਂ ਜਿਹਦੇ ਵਿੱਚ ਧਰਮ ਪੂਰੀ ਤਰ੍ਹਾਂ ਨਾਲ ਡਿਫਾਈਨ ਹੁੰਦਾ ਹੈ। ਇਹ ਡੈਫੀਨੇਸ਼ਨ ਹੈ ਧਰਮ ਦੀ ਜੋ ਸਤਿਗੁਰੂ ਗੁਰੂ ਨਾਨਕ ਨੇ ਸਾਨੂੰ ਦਿੱਤੀ, ਔਰ ਬਾਕੀ ਦੇ ਗੁਰੂਆਂ ਨੇ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ। ਸ਼ਹਾਦਤਾਂ ਵੀ ਹੋਈਆਂ, ਫਿਰ ਆਖਰ ਤੇ ਆ ਕੇ ਸਤਿਗੁਰੂ ਨੇ ਸਿੱਖ ਪੰਥ ਚਲਾਇਆ, ਖਾਲਸਾ ਪੰਥ ਚਲਾਇਆ। ਥੈਂਕ ਯੂ ਵੈਰੀ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਗੁਰਦੀਪ ਸਿੰਘ ਜੀ। ਸਾਨੂੰ ਜੁੜਿਓ ਹੈਗੇ ਮੁੱਖ ਸੇਵਾਦਾਰ ਗੁਰਦੁਆਰੇ ਸਾਹਿਬ ਦੇ। ਇਹਨਾਂ ਦੀ ਵੀ ਸਾਰੀ ਇੰਟਰੋਡਕਸ਼ਨ ਦੇਈਏ, ਸੰਗਤਾਂ ਨਹੀਂ ਜਾਣਦੇ ਪਰ ਇਹਨੂੰ ਕਾਫੀ ਦੇਰ ਹੋ ਗਈ ਬਰਲਿਨ ਦੇ ਵਿੱਚ। ਹਾਂਜੀ ਸੰਗਤਾਂ ਤੁਹਾਨੂੰ ਪੂਰਾ ਆਪਣੀ ਇੰਟਰੋਡਕਸ਼ਨ ਦੇਵੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੁਖਦੇਵ ਸਿੰਘ ਜੀ। ਅਸੀਂ ਗੁਰੂ ਘਰ ਦੇ ਨਾਲ ਕਾਫੀ ਦੇਰ ਤੋਂ ਜੁੜੇ ਦੇ ਹਾਂ ਜੀ। ਜਦੋਂ ਦਾ ਇੱਥੇ ਗੁਰੂ ਘਰ ਬਣਿਆ ਦਾ ਅਸੀਂ 92 ਦੇ ਵਿੱਚ ਆਏ ਸੀ ਇੱਥੇ। ਉਦੋਂ ਦਾ ਸਾਡਾ ਗੁਰੂ ਘਰ ਨਾਲ ਬਹੁਤ ਜ਼ਿਆਦਾ ਪਿਆਰ ਆ। ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਅਸੀਂ ਵੱਧ ਚੜ੍ਹ ਕੇ ਜਾਈਦਾ, ਜੋ ਵੀ ਸਾਡੇ ਕੋਲ ਹੁੰਦਾ ਅਸੀਂ ਕਰੀਦਾ ਜੀ।
ਬਾਕੀ ਸੰਗਤਾਂ ਨੂੰ ਵੀ ਜਿੱਥੋਂ ਤੱਕ ਹੋ ਸਕੇ ਆਪਾਂ ਗੁਰੂ ਘਰ ਦੇ ਨਾਲ ਜੋੜੀਦਾ। ਇਹੋ ਹੀ ਅਸੀਂ ਕਹਿੰਦੇ ਹਾਂ ਵੀ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਗੁਰੂ ਘਰ ਦੇ ਨਾਲ ਜੋੜੀ ਰੱਖਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ, ਇਹੋ ਸਾਡਾ ਮਨੋਰਥ ਹੈ ਜੀ। ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਕਾਫੀ ਮੁਸ਼ਕਿਲਾਂ ਤੁਹਾਨੂੰ ਕੱਟਣੀਆਂ ਪਈਆਂ, ਉਦੋਂ ਸੰਗਤ ਬਹੁਤ ਹੋ ਰਹੀ ਸੀ। ਹਾਂਜੀ, ਬਹੁਤ ਜ਼ਿਆਦਾ ਜੀ। ਉਦੋਂ ਸੰਗਤ ਥੋੜ੍ਹੀ ਸੀ। ਪਹਿਲਾਂ ਇੱਕ ਅਸੀਂ ਛੋਟਾ ਜਿਹਾ ਕਮਰਾ ਕਿਰਾਏ 'ਤੇ ਲਿਆ ਦਾ ਹੁੰਦਾ ਸੀ, ਉਹਦੇ ਵਿੱਚ ਹੀ ਮਹਾਰਾਜ ਦਾ ਸਰੂਪ ਐਤਵਾਰ ਪ੍ਰਕਾਸ਼ ਕਰ ਲੈਂਦੇ ਸੀ ਤੇ ਐਤਵਾਰ ਹੀ ਉਹਨਾਂ ਦਾ ਸੋਖਾਸਨ ਕਰ ਦਿੰਦੇ ਸੀ। ਫਿਰ ਉਦੋਂ ਬਾਅਦ 'ਚ ਆਸਤਾ ਆਸਤਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਵੱਡਾ ਇੱਕ ਚੰਗਾ ਕਾਫੀ ਹਾਲ ਕਿਰਾਏ 'ਤੇ ਲਿਆ। ਫਿਰ ਸੰਗਤਾਂ ਖੁੱਲ੍ਹ ਕੇ ਆਉਣ ਡਿਆ ਪਈਆਂ। ਉਦੋਂ ਬਾਅਦ ਫਿਰ ਗ੍ਰੰਥੀ ਸਿੰਘ ਦੀ ਸੇਵਾ ਵੀ ਲਾਈ, ਉਦੋਂ ਤੋਂ ਖੁੱਲ੍ਹਾ ਹੋ ਗਿਆ ਸਾਡਾ ਗੁਰੂ ਘਰ। ਉਦੋਂ ਬਾਅਦ 'ਚ ਸਨ 2006 'ਚ ਅਸੀਂ ਇਹ ਆਪਣਾ ਖਰੀਦ ਲਿਆ। ਬੜੀ ਕਿਰਪਾ ਜੀ ਹੁਣ ਸੰਗਤਾਂ ਦੀ ਵੀ। ਤੇ ਬਹੁਤ ਇਹ ਵੀ ਗੁਰਦੁਆਰਾ ਸਾਹਿਬ ਹੁਣ ਕਹਿ ਲਓ ਛੋਟਾ ਹੋ ਗਿਆ, ਸੰਗਤ ਕਾਫੀ ਹੋ ਗਈ। ਹਾਂਜੀ ਜੀ, ਕਾਫੀ ਕਰ ਰਹੇ ਹਾਂ ਦੌੜ ਭੱਜ ਹੁਣ ਵੀ ਕਿਤੇ ਗੁਰੂ ਘਰ ਮਿਲ ਜਾਏ। ਪਰ ਬਰਲੀਨ ਦੇ ਵਿੱਚ ਥੋੜ੍ਹਾ ਜਿਹਾ ਔਖਾ ਆ ਵੀ ਸੈਂਟਰ ਦੇ ਵਿੱਚ ਗੁਰੂ ਘਰ ਮਿਲਣਾ, ਕਿਉਂ ਜਗ੍ਹਾ ਕਾਫੀ ਚਾਹੀਦੀ ਹੈ। ਛੋਟੀਆਂ ਜਗ੍ਹਾ ਮਿਲਦੀਆਂ ਨੇ ਪਰ ਉਹ ਜਗ੍ਹਾ ਦੇ ਨਾਲ ਸਾਡੀ ਵਾਰਾ ਨਹੀਂ ਖਾਂਦੀ। ਅਸੀਂ ਕਮ ਸੇ ਕਮ ਸਾਨੂੰ ਕੋਈ 5000 ਕੁ ਮੀਟਰ ਜਗ੍ਹਾ ਚਾਹੀਦੀ ਹੈ, ਜਿਹੜੀ ਬਰਲੀਨ ਦੇ ਵਿੱਚ ਨਹੀਂ ਮਿਲਦੀ। ਅਸੀਂ ਕਾਫੀ ਦੌੜ ਭੱਜ ਕਰਦੇ ਹਾਂ ਵੀ ਜਗ੍ਹਾ ਮਿਲ ਜੇ ਜੀ। ਸਿੱਖ ਸੰਗਤ ਕਿੰਨੀ ਹੈ ਇੱਥੇ ਪਾਪੂਲੇਸ਼ਨ ਬਰਲਿਨ ਦੇ ਵਿੱਚ? ਇੱਥੇ ਜੀ ਕਾਫੀ ਕੋਈ 4-5 ਹਜ਼ਾਰ ਜੀ ਤੇ ਹੋਵੇਗਾ ਜੀ। ਪਰ ਗੁਰੂ ਘਰ ਦੇ ਵਿੱਚ ਐਤਵਾਰ ਦੇ ਐਤਵਾਰ ਕਦੀ 1000, ਕਦੀ 1200, ਕਦੀ 400, ਕਦੀ 500, ਜਿਸ ਹਿਸਾਬ ਨਾਲ ਪ੍ਰੋਗਰਾਮ ਹੁੰਦਾ। ਖਾਸ ਕਰਕੇ ਵੱਡੇ ਤਿਉਹਾਰਾਂ ਦੇ ਉੱਤੇ ਕਾਫੀ ਸੰਗਤ ਜੁੜਦੀ ਹੈ ਜੀ ਇੱਥੇ। ਅੱਜ ਮੁੰਡੇ ਕਾਫੀ ਬਾਹਰੋਂ ਵੀ ਆਏ ਇਸ ਵੇਲੇ, ਇੰਡੀਆ ਤੋਂ, ਪੰਜਾਬੀ ਮੁੰਡੇ, ਹੋਰ ਸਟੇਟ ਤੋਂ ਵੀ ਕਾਫੀ ਆਪਣੇ ਹਿੰਦੂ ਭਰਾ ਉਹ ਵੀ ਆਏ ਹੈਗੇ। ਗੁਰਦੁਆਰੇ ਕਾਫੀ ਰੌਣਕਾਂ ਲੱਗੀਆਂ। ਹਾਂਜੀ, ਇਹ ਸਟੂਡੈਂਟ ਆਇਆ ਕਾਫੀ, ਕੋਈ 2 ਸਾਲ ਤੋਂ ਹੋਇਆ ਜੀ ਇੱਥੇ ਸਟੱਡੀ ਵਾਸਤੇ ਆਉਂਦੇ ਨੇ। ਕਾਫੀ ਰੌਣਕ ਹੁੰਦੀ ਹੈ ਇਹਨਾਂ ਦੀ ਵੀ ਜੀ। ਆਉਂਦੇ ਨੇ ਐਤਵਾਰ ਦੇ ਐਤਵਾਰ, ਸੇਵਾ ਵੀ ਕਰਦੇ ਨੇ, ਲੰਗਰ ਪਾਣੀ ਛਕਦੇ ਨੇ। ਬੜਾ ਸੋਹਣਾ ਚੱਲਣ ਡਿਆ ਜੀ ਪ੍ਰੋਗਰਾਮ। ਅਸੀਂ ਕਹਿੰਦੇ ਹਾਂ ਮਹਾਰਾਜ ਕਰੇ ਇਸ ਤਰ੍ਹਾਂ ਹੀ ਚੱਲਦਾ ਰਹੇ। ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਤੁਸੀਂ ਪ੍ਰੋਗਰਾਮ ਲਿਖਿਆ ਤੁਸੀਂ ਗਾਹਾਂ ਸੰਗਤ ਨੂੰ ਸਾਰੀ ਜਾਣਕਾਰੀ ਦਿਓਗੇ। ਇਹ 550 ਸਾਲ ਦੇ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਲਿਖਿਆ, ਉਹ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ? ਉਹ ਜੀ ਸਾਡੇ ਕਾਫੀ ਦੇਰ ਤੋਂ, ਜਿਸ ਤਰ੍ਹਾਂ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਣਾ ਸੀ 550 ਸਾਲ ਦਾ, ਤੇ ਇਸ ਕਰਕੇ ਵੀ ਕਾਫੀ ਦੇਰ ਤੋਂ ਅਸੀਂ ਡੇ ਦੇ ਦੀ ਤਿਆਰੀ ਕਰਨ ਵਾਸਤੇ ਜੀ। ਤੇ ਅੱਜ ਅਸੀਂ ਉਹ ਹਾਲ ਬੁੱਕ ਕਰਕੇ ਉੱਥੇ ਮਨਾ ਰਹੇ ਹਾਂ ਜੀ, ਤੇ ਸਾਰੀ ਸੰਗਤ ਉੱਥੇ ਪਹੁੰਚ ਰਹੀ ਹੈ ਜੀ। ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਪੂਰੀ ਜਾਣਕਾਰੀ ਦਿਓ, ਆਪਣਾ ਨਾਮ ਦੱਸੋ, ਕਿੱਥੋਂ ਆਏ ਤੁਸੀਂ ਪੰਜਾਬ 'ਚੋਂ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਮੈਂ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ। ਉੱਥੋਂ ਦਾ ਮੈਂ ਰਹਿਣ ਵਾਲਾ। ਬਰਲਿਨ ਆਏ ਮੈਨੂੰ 2 ਹਫ਼ਤੇ ਹੋ ਗਏ। ਸੋ ਇੱਥੋਂ ਦੇ ਪੰਜਾਬੀ ਭਰਾਵਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਇਹਨਾਂ ਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ, ਕਿਉਂਕਿ ਇੱਥੇ ਫੋਰਨਰ ਜ਼ਿਆਦਾ ਆ। ਸੋ ਲੈਂਗੁਏਜ ਦੀ ਵੀ ਪ੍ਰੋਬਲਮ ਹੈ। ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਗੁਰਦੁਆਰਾ ਸਾਹਿਬ ਆਈਦਾ, ਇੱਥੇ ਆਪਣਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਸਪੈਂਡ ਕਰੀਦਾ। ਸੋ ਤੁਸੀਂ 2 ਹਫ਼ਤੇ ਹੋਏ, ਕਾਫੀ ਨਵੇਂ ਆਏ, ਸਟੱਡੀ ਵਾਸਤੇ ਆਏ? ਹਾਂਜੀ, ਸਟੱਡੀ ਬੇਸ 'ਤੇ। ਐਂਡ ਤੁਸੀਂ ਕੀ ਸਟੱਡੀ ਕਰਦੇ? ਪਹਿਲਾਂ ਮੇਰਾ 1 ਈਅਰ ਦਾ ਲੈਂਗੁਏਜ ਕੋਰਸ ਹੈ, ਉਸ ਤੋਂ ਬਾਅਦ ਮੇਰੀ ਫੂਡ ਟੈਕਨੋਲੋਜੀ 'ਚ ਐਡਮਿਸ਼ਨ ਆ। ਐਂਡ ਕਾਫੀ ਖਰਚਾ ਕਰਨਾ ਪਿਆ? ਹਾਂਜੀ। ਕਿੰਨਾ ਖਰਚਾ ਹੋਇਆ? ਤਕਰੀਬਨ ਆਲਮੋਸਟ 17 ਤੋਂ 18 ਲੱਖ ਤੱਕ। ਕਾਫੀ ਖਰਚਾ ਬਹੁਤ, ਇਸ ਕਰਕੇ ਤੁਹਾਡੇ ਕਾਫੀ ਭਾਰ ਹੈਗਾ ਤੁਹਾਡੇ ਪਰਿਵਾਰ ਦਾ ਵੀ ਤੇ ਆ ਕੇ ਤੁਸੀਂ ਕਾਮਯਾਬ ਹੋਣਾ। ਹਾਂਜੀ, ਬਾਕੀ ਗੁਰੂ ਸਾਹਿਬ ਦੀ ਮਿਹਰ ਆ, ਜਿੱਦਾਂ ਕਰੀ ਜਾਵਾਂਗੇ, ਬਸ ਮਿਹਰ ਚਾਹੀਦੀ ਬਾਬੇ ਦੀ। ਐਂਡ ਤੁਹਾਨੂੰ ਮੁਸ਼ਕਿਲਾਂ ਕੋਈ ਆਈਆਂ ਇੱਥੇ ਆ ਕੇ? ਪਹਿਲੀ ਵਾਰੀ ਪੰਜਾਬ ਤੋਂ ਆਏ, ਜਰਮਨ ਆਏ ਆ, ਜਿੱਥੇ ਸਿੱਖ ਕਮਿਊਨਿਟੀ ਥੋੜ੍ਹੀ ਆ, ਭਾਸ਼ਾ ਵੀ ਹੋਰ ਇੱਥੇ ਜਰਮਨ ਆ, ਇੰਗਲਿਸ਼ ਵੀ ਨਹੀਂ ਚੱਲਦੀ, ਇਸ ਕਰਕੇ ਤੁਹਾਨੂੰ ਕੀ ਮੁਸ਼ਕਿਲ ਆਈਆਂ? ਅਕੋਮੋਡੇਸ਼ਨ ਦੀ ਆਈ ਸੀਗੀ ਮੁਸ਼ਕਿਲ। ਬਾਕੀ ਇੱਦਾਂ ਵੀਰ ਭਰਾ ਮਿਲੀ ਗਏ ਪੰਜਾਬ ਤੋਂ ਜਿਹੜੇ ਆਏ ਸੀ, ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ। ਉਹਨਾਂ ਨੇ ਰਹਿਣ ਸਹਿਣ ਦਾ ਕਰਵਾ ਕੇ ਦਿੱਤਾ, ਸਭ ਕੁਝ ਨਾਲ ਹੋ ਕੇ ਕਰਵਾਉਂਦੇ ਪਏ। ਇੱਕ ਵੀਰ ਮੇਰਾ, ਉਹਨੂੰ 8 ਮੰਥ ਹੋ ਗਏ ਆਏ ਨੂੰ, ਉਹ ਬਹੁਤ ਵਧੀਆ ਗਾਈਡ ਕਰਦਾ ਪਿਆ। ਉਹਨੇ ਲੈਂਗੁਏਜ ਵੀ ਥੋੜ੍ਹੀ ਸਿੱਖੀ ਆ, ਉਹ ਆਪ ਜਾ ਕੇ ਸਾਰੇ ਕੰਮ ਕਰਵਾਉਂਦਾ ਪਿਆ ਨਾਲ। ਪੰਜਾਬੀ ਮੁੰਡੇ ਨੇ ਤੁਹਾਡੀ ਬਹੁਤ ਮਦਦ ਕੀਤੀ, ਇੱਕ ਦੂਜੇ ਦੀ ਬਾਂਹ ਫੜੀ? ਹਾਂਜੀ ਹਾਂਜੀ, ਬਹੁਤ ਮਦਦ ਕੀਤੀ ਉਹਨੇ। ਪਹਿਲੇ ਆਪਦੇ ਕੋਲ ਰੱਖਿਆ, ਫਿਰ ਬਾਅਦ 'ਚੋਂ ਮੇਰੀ ਇੱਥੇ ਰਜਿਸਟ੍ਰੇਸ਼ਨ ਕਰਵਾਈ ਰੂਮ ਦੀ। ਸੋ ਬਹੁਤ ਵਧੀਆ ਲੱਗਾ ਇੱਥੇ ਆ ਕੇ ਕਿ ਇੱਥੇ ਪੰਜਾਬੀ ਆਪਣੇ ਬਹੁਤ ਸਾਥ ਦਿੰਦੇ ਇੱਕ ਦੂਜੇ ਦਾ। ਹਾਂਜੀ, ਤੁਸੀਂ ਯੰਗ ਮੈਨ, ਤੁਸੀਂ ਆਪਣਾ ਨਾਮ ਦੱਸੋ, ਕਿਹੜੇ ਪਿੰਡ ਤੋਂ ਆਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮਨ ਸਿੰਘ ਜੀ, ਮੈਂ ਪਿੰਡ ਮੱਲੂ ਨੰਗਲ ਤੋਂ, ਅੰਮ੍ਰਿਤਸਰ ਤੋਂ। ਅਤੇ ਮੈਨੂੰ ਹੋ ਗਿਆ ਤਕਰੀਬਨ 1 ਮਹੀਨਾ ਹੋ ਗਿਆ ਇੱਥੇ ਆਏ ਨੂੰ, ਅਤੇ ਬਹੁਤ ਵਧੀਆ ਲੱਗਾ। ਮਤਲਬ ਵੀ ਹਰ ਐਤਵਾਰ ਗੁਰਦੁਆਰਾ ਸਾਹਿਬ ਆਈਦਾ, ਅਤੇ ਬਾਕੀ ਮਤਲਬ ਸਾਰੇ ਭਰਾਵਾਂ ਨਾਲ ਮਿਲੀਦਾ, ਬਹੁਤ ਵਧੀਆ ਗਾਈਡ ਕਰਦੇ ਆ। ਤੁਸੀਂ ਕੀ ਚਾਹੁੰਦੇ ਲੌਂਗ ਟਰਮ, ਤੁਹਾਡੇ ਲੌਂਗ ਟਰਮ ਪਲਾਨ ਕੀ ਹੈ ਇੱਥੇ ਸੈੱਟ ਹੋਣ ਲਈ, ਸੈਟਲ ਹੋ ਕੇ ਤਰੱਕੀ ਕਰਨੀ, ਕੰਮ ਕਰਨਾ? ਹਾਂਜੀ, ਮੈਂ ਇੱਥੇ ਆਪਣੀ ਸਟੱਡੀ ਪੂਰੀ ਕਰਕੇ, ਡਿਗਰੀ 3 ਸਾਲਾਂ ਦੀ ਡਿਗਰੀ ਮੇਰੀ, ਅਤੇ ਮੈਂ ਕੰਪਲੀਟ ਕਰਕੇ ਮਤਲਬ ਵੀ ਗਾੜੀ ਆਪਣੀ ਮਤਲਬ ਵੀ ਲਾਈਫ ਸੈਟਲ ਕਰਨਾ ਚਾਹੁੰਦਾ ਇੱਥੇ ਹੀ। ਸੋ ਪੰਜਾਬ ਤੋਂ ਬਾਹਰ ਸਾਰੇ ਆ ਕੇ ਖੁਸ਼ ਹੈ,
ਅਸੀਂ ਵੀ ਸਾਡੇ ਮਾਂ ਪਿਓ ਵੀ ਬਾਹਰ ਆਏ ਸੀ, ਕਾਫੀ ਦੇਰ ਹੋ ਗਈ ਸਾਡੀ ਜਨਮ ਹੋਇਆ ਇੰਗਲੈਂਡ 'ਚ। ਇੰਗਲੈਂਡ ਆ ਕਿਸੇ ਨੂੰ ਬਹੁਤ ਓਪਰਚੁਨਿਟੀ ਮਿਲੀ, ਦਾਸ ਵਕੀਲ ਆ, ਇਸ ਕਰਕੇ ਪੰਜਾਬੀ ਸਾਰੇ ਚਾਹੁੰਦੇ ਬਾਹਰ ਆਉਣ ਲਈ, ਇਹ 'ਚ ਕੋਈ ਹਰਜ ਨਹੀਂ ਹੈਗਾ। ਪਰ ਪੰਜਾਬ ਸਾਨੂੰ ਕਾਹਤੇ ਲਈ ਉੱਥੇ ਕਾਮਯਾਬੀ ਮਿਲਦੀ, ਬਾਹਰ ਦਾ ਕੀ ਸਾਨੂੰ ਅਟਰੈਕਸ਼ਨ ਹੈਗਾ? ਭਾਈ ਦੇਖੋ ਜੀ, ਉੱਥੇ ਪੰਜਾਬ 'ਚ ਆਪਾਂ ਨੂੰ ਬਹੁਤ ਮਤਲਬ ਵੀ ਜਿੱਦਾਂ ਮਤਲਬ ਵੀ ਨੌਕਰੀਆਂ ਨਹੀਂ ਹੈਗੀਆਂ ਇੰਨੀਆਂ, ਅਤੇ ਦੂਜਾ ਜੇ ਹੈਗੀਆਂ ਵੀ ਆ ਤਾਂ ਪਰ ਫਿਰ ਵੀ ਉਹ ਫਰਮੈਸ਼ ਨਾਲ ਮਿਲਦੀਆਂ, ਮਤਲਬ ਵੀ ਫਿਰ ਆਪਣੀ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ, ਤਾਂ ਕਰਕੇ ਫਿਰ ਆਪਣੇ ਪੰਜਾਬੀ ਲੋਕ ਜ਼ਿਆਦਾ ਮਤਲਬ ਵੀ ਬਾਹਰ ਆਉਣ ਨੂੰ ਕਰਦੇ ਵੀ, ਇੱਥੇ ਆਪਣਾ ਮਤਲਬ ਫਿਊਚਰ ਹੈਗਾ। ਹਾਂਜੀ। ਤੁਹਾਡਾ ਕੀ ਕੰਮ ਕਾਰ ਸੀ ਪਿੱਛੇ? ਤੁਹਾਡੇ ਮੰਮੀ ਡੈਡੀ ਕੀ ਕੰਮ ਕਰਦੇ? ਸਾਡਾ ਖੇਤੀਬਾੜੀ ਦਾ ਕੰਮ ਹੈ ਜੀ। ਕਿੰਨੇ ਖੇਤ ਸੀ? ਅਤੇ ਸਾਡੇ ਹੈਗੇ 5 ਕਿੱਲੇ। ਅਤੇ ਹਾਂਜੀ। ਐਂਡ ਤੁਸੀਂ ਕਿੰਨਾ ਖਰਚਾ ਕਰਕੇ ਆਏ ਬਾਹਰ? ਖਰਚਾ 18 ਲੱਖ ਲੱਗ ਗਿਆ ਜੀ। ਉਹ ਕਿਸ ਤਰ੍ਹਾਂ ਕੀਤਾ ਖਰਚਾ ਜੀ? ਇੱਦਾਂ ਮਤਲਬ ਵੀ ਕੁਝ ਆੜਤੀਆਂ ਕੋ ਫੜੇ, ਕੁਝ ਆਪਣੇ ਕੋਲ ਹੈਗੇ ਸੀਗੇ, ਅਤੇ ਤਾਂ ਕਰਕੇ। ਖੇਤ ਦੇ ਕੋਈ ਕਰਜ਼ਾ ਵੀ ਚੱਕਿਆ? ਨਹੀਂ, ਕਰਜ਼ਾ ਨਹੀਂ ਚੁੱਕਿਆ, ਉੱਤੇ ਆੜਤੀਏ ਕੋ ਕਰਜ਼ਾ ਚੁੱਕਿਆ ਜੀ। ਹਾਂਜੀ। ਉਹ ਫਿਰ ਥੋੜ੍ਹੀ ਮੁਸ਼ਕਿਲ ਨਾ ਆਵੇ ਪਿੱਛੇ ਤੁਹਾਡੇ, ਤੁਸੀਂ ਇੱਥੇ ਜੋਬ ਵੀ ਕਰੋਗੇ, ਪੈਸੇ ਪਿੱਛੇ ਪਾਣੇ ਪੈਣੇ? ਹਾਂਜੀ ਹਾਂਜੀ, ਜੋਬ ਤਾਂ ਹੁਣ ਕਰਾਂਗੇ ਜੀ, ਜੋਬ ਤਾਂ ਹੁਣ ਕਰਾਂਗੇ ਜੀ। ਹਾਂਜੀ, ਮਿਹਨਤ ਕਰਨੀ ਪੈਣੀ। ਹਾਂਜੀ, ਮਿਹਨਤ ਬਹੁਤ ਕਰਨੀ ਪੈਣੀ ਹੈ। ਹਾਂਜੀ, ਨੌਜਵਾਨ ਜੀ ਆਪਣਾ ਇੰਟਰੋਡਕਸ਼ਨ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਰਮਨਦੀਪ ਸਿੰਘ ਹੈ, ਮੈਂ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ। ਮੈਨੂੰ 1 ਮਹੀਨਾ ਹੋ ਗਿਆ ਇੱਥੇ ਆਏ ਨੂੰ ਜੀ, ਅਤੇ ਬਾਕੀ ਆਪਣੇ ਵੀਰ ਭਰਾ ਸਾਰੇ ਇੱਥੇ ਹੈਗੇ ਆ। ਵੀਰ ਨੇ ਬਹੁਤ ਮਦਦ ਕੀਤੀ ਮੇਰੀ ਰੂਮ ਰਾਮ ਲੈਣ ਵਾਸਤੇ। ਹਾਂਜੀ, ਅਤੇ ਮੇਰੀ 3 ਸਾਲ ਦੀ ਡਿਗਰੀ ਇੱਥੇ, ਅਤੇ ਸਾਡੀ ਸੇਮ ਹੀ ਆ ਕਲਾਸ, ਅਤੇ ਆਪਣਾ 15-16 ਲੱਖ ਦਾ ਖਰਚਾ ਲੱਗ ਹੀ ਗਿਆ ਇਹਦੇ 'ਤੇ। ਕੋਈ ਮੁਸ਼ਕਿਲ ਤਾਂ ਨਹੀਂ ਆਈ? ਤੁਸੀਂ ਦਸਤਾਰ ਬੰਨੀ, ਤੁਹਾਡੀ ਬਹੁਤ ਗੁਰਸਿੱਖੀ ਜੀਵਨ ਹੈਗਾ ਆ, ਤੁਸੀਂ ਸੁਰਮਨੇ ਹੈਗੇ, ਵੈਰੀ ਹੈਂਡਸਮ, ਕੋਈ ਮੁਸ਼ਕਿਲ ਤਾਂ ਨਹੀਂ ਆਈ ਇੱਥੇ ਦਸਤਾਰ ਦੀ? ਹਾਂ, ਲੋਕ ਦੇਖਦੇ ਹੀ ਆ, ਇੱਕ ਮਤਲਬ ਜਿਸ ਤਰ੍ਹਾਂ ਫੋਰਨਰ ਦੇਖਦੇ ਆ ਕਿ ਵੱਖਰਾ ਹੀ ਬੰਦਾ ਜਿਸ ਤਰ੍ਹਾਂ ਬੈਠਾ ਹੈ। ਕਈ ਵਾਰੀ ਫੋਟੋਆਂ ਵੀ ਲਵਾਉਣ ਡੈ ਪੈਂਦੇ ਟ੍ਰੇਨ 'ਚ। ਹਾਂਜੀ, ਕੋਈ ਮੁਸ਼ਕਿਲ ਨਹੀਂ ਆਈ? ਕੋਈ ਮੁਸ਼ਕਿਲ ਤਾਂ ਨਹੀਂ ਕੋਈ ਵੀ ਆਈ ਅਜੇ ਤੱਕ। ਇਸ ਕਰਕੇ ਬਹੁਤ ਜ਼ਰੂਰੀ ਹੈ ਤੁਸੀਂ ਆਪਣੀ ਦਸਤਾਰ ਨੂੰ ਕਾਇਮ ਰੱਖਣਾ, ਸਿੱਖੀ ਕਾਇਮ ਰੱਖਣੀ। ਹਾਂਜੀ, ਬਾਕੀ ਇੱਥੇ ਮਾਹੌਲ ਚਾਲ ਵਧੀਆ, ਆਪਣੇ ਪੰਜਾਬੀ ਵੀਰ ਭਰਾ ਵਧੀਆ ਆ। ਇੱਥੇ ਗੁਰਦੁਆਰੇ ਆ ਜਾਈਦਾ ਸੰਡੇ ਨੂੰ, ਨਾਲੇ ਸੇਵਾ ਕਰ ਲਈਦੀ ਹੈ, ਨਾਲੇ ਸਾਰਿਆਂ ਨਾਲ ਮਿਲ ਮੁਲ ਲਈਦਾ। ਖਰਚੇ ਤਾਂ ਕਿੱਦਾਂ ਸਾਰੋਗੇ? ਇੱਥੇ ਖਰਚੇ ਬਹੁਤ ਹੈਗੇ, ਕਿਰਾਇਆ ਦੇਣਾ, ਹੋਰ ਤੁਸੀਂ ਆਪਣੇ ਖਰਚੇ ਪੂਰੇ ਕਰਨੇ। ਤੁਸੀਂ ਜੋਬ ਤੁਹਾਡੇ ਕੋਲ ਹੈਗੀ, ਖਰਚੇ ਕਿੱਦਾਂ ਪੂਰੇ ਕਰਨੇ? ਅਜੇ ਜੋਬ ਨਹੀਂ ਮਿਲੀ, ਮਤਲਬ 1 ਮੰਥ ਹੋਇਆ ਅਜੇ, ਪੇਪਰ ਵਗੈਰਾ ਕੰਪਲੀਟ ਕੀਤੇ ਆ, ਹੁਣ ਜੋਬ ਦਾ ਕਰਦੇ ਫਿਰਦੇ ਆ ਟਰਾਈ। ਹਾਂਜੀ, ਜੋਬ ਦਾ ਕੋਈ ਮੁਸ਼ਕਿਲ ਤਾਂ ਨਹੀਂ? ਜੋਬ ਸੌਖੀ ਮਿਲ ਜਾਂਦੀ? ਜੋਬ ਦੀ ਆਉਂਦੀ ਪ੍ਰੋਬਲਮ, ਜਿਸ ਤਰ੍ਹਾਂ ਸਰਦਾਰ ਬੰਦੇ ਨੂੰ ਜ਼ਿਆਦਾ ਆਉਂਦੀ ਪ੍ਰੋਬਲਮ। ਇੱਥੇ ਇੱਕ ਲੈਂਗੁਏਜ ਕੰਪਲਸਰੀ ਮੰਗਦੇ ਆ ਡੋਚ। ਤੁਸੀਂ ਕੋਈ ਜਰਮਨ ਤੁਹਾਡੇ 'ਚ ਬੋਲ ਦਿੰਦਾ? ਜਰਮਨ ਬੋਲਦੇ? ਜਰਮਨ ਨਹੀਂ ਬੋਲਦੇ, ਇੰਗਲਿਸ਼ ਮਤਲਬ। ਇੰਗਲਿਸ਼ ਆਉਂਦੀ ਤੁਹਾਨੂੰ? ਹਾਂਜੀ। ਇੰਗਲਿਸ਼ ਦਾ ਇੱਥੇ ਇੰਨਾ ਫਾਇਦਾ ਨਹੀਂ ਕਰਕੇ ਹੈਗਾ, ਜਰਮਨ ਇਹ ਕਾਫੀ ਤੁਹਾਨੂੰ ਜ਼ਿਆਦਾ ਮੁਸ਼ਕਿਲ ਆਉਣੀ ਆ ਵੀ ਜਰਮਨ ਭਾਸ਼ਾ ਚਾਹੀਦੀ। ਹਾਂਜੀ, ਜਿੱਥੇ ਵੀ ਕੰਮ ਆਪਾਂ ਕਰਨ ਜਾਈਦਾ, ਜਿਸ 'ਤੇ ਵੀ ਕਿਸੇ ਫੋਰਨਰ ਕੋਲ ਜਾਈਦਾ, ਉਹ ਪਹਿਲਾਂ ਡੋਚ ਹੀ ਮੰਗਦੇ ਆ ਕਿ ਤੁਹਾਨੂੰ ਆਉਂਦੀ ਹੋਣੀ ਚਾਹੀਦੀ ਆ, ਫਿਰ ਹੀ ਕੰਮ ਮਿਲੇਗਾ। ਜਾਂ ਕਿਤੇ ਇੰਡੀਅਨ ਰੈਸਟੋਰੈਂਟ 'ਤੇ ਮਿਲ ਜਾਏਗਾ, ਉੱਥੇ ਵੀ ਕਈ ਵਾਰੀ ਫੁੱਲ ਹੀ ਆ, ਵੀ ਅਜੇ ਤਾਂ ਫੁੱਲ ਹੀ ਚੱਲ ਰਹੇ ਆ। ਹਾਂਜੀ, ਆਪਣੀ ਨਾਂ ਦੱਸੋ ਜੀ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈਗਾ ਅਮਰਜੀਤ ਸਿੰਘ, ਮੈਂ ਜਲੰਧਰ ਤੋਂ ਬਿਲੋਂਗ ਕਰਦਾ, ਪੰਜਾਬ ਤੋਂ। ਅਤੇ ਮੇਰੀ ਇੱਥੇ 1 ਸਾਲ ਦੀ ਸਟੱਡੀ ਆ, ਅਤੇ ਮੇਰੀ ਸਟੱਡੀ ਹੈਗੀ ਆ MSc ਇੰਟਰਨੈਸ਼ਨਲ ਮਾਰਕੀਟਿੰਗ ਦੀ। ਅਤੇ ਉਸ ਤੋਂ ਬਾਅਦ ਫਿਰ ਮੈਂ ਜਾਂ ਇੱਥੇ ਜਾਂ ਮੈਂ ਕਿਸੇ ਹੋਰ ਥਾਂ 'ਤੇ ਮਲਟੀਨੈਸ਼ਨਲ ਕੰਪਨੀ ਵਿੱਚ ਜੋਬ ਲਈ ਅਪਲਾਈ ਕਰੂੰਗਾ। ਤੁਸੀਂ ਪੰਜਾਬ ਇੰਡੀਆ 'ਚ ਕਾਹਤੇ ਨਹੀਂ ਰਹੇ? ਬਾਹਰ ਦਾ ਕੀ ਅਟਰੈਕਸ਼ਨ ਹੈ ਕਿ ਇੱਥੇ ਮੁਸ਼ਕਿਲਾਂ ਬਹੁਤ ਆ, ਭਾਸ਼ਾ ਦੀ ਮੁਸ਼ਕਿਲ, ਫਿਰ ਤੁਹਾਨੂੰ ਕੰਮ ਕਰਨਾ ਪੈਣਾ, ਖਰਚ ਕਰਕੇ ਆਏ, ਪੰਜਾਬ ਵਿੱਚ ਤੁਹਾਨੂੰ ਓਪਰਚੁਨਿਟੀ ਨਹੀਂ ਮਿਲਦੀ, ਕੀ ਗੱਲ? ਨਹੀਂ, ਓਪਰਚੁਨਿਟੀ ਜੇ ਤੁਸੀਂ ਚਾਹੁੰਦੇ ਆ ਲੈਣਾ, ਲੈ ਵੀ ਸਕਦੇ, ਇਹ 'ਚ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਗੀ। ਪਰ ਜੇ ਤੁਸੀਂ ਅੱਗੇ ਹੋਰ ਤੁਸੀਂ ਵਧਣਾ ਚਾਹੁੰਦੇ ਆ, ਬਾਕੀਆਂ ਨਾਲੋਂ ਥੋੜ੍ਹਾ ਜਿਹਾ ਹੋਰ ਅਲੱਗ ਕਰਨਾ ਚਾਹੁੰਦੇ ਆ, ਅਤੇ ਤੁਹਾਨੂੰ ਆ ਕੇ ਆਪਣਾ ਘਰ ਛੱਡਣਾ ਹੀ ਪੈਣਾ, ਤਾਂ ਹੀ ਤੁਸੀਂ ਜਿਹੜਾ ਉਹ ਆਪਣੀ ਜਿਹੜੀ ਆ ਹੋਰ ਲੋਕਾਂ ਦੇ ਵਿੱਚ ਵਿਚਰ ਕੇ ਅਤੇ ਤੁਸੀਂ ਆਪਣੇ ਆਪ ਨੂੰ ਪ੍ਰੂਫ ਕਰ ਸਕਦੇ ਆ ਵੀ ਮੈਂ ਆਹ ਚੀਜ਼ ਹੈਗਾ ਆ, ਮੈਂ ਆਹ ਚੀਜ਼ ਕਰ ਸਕਦਾ ਆ, ਕਿਉਂਕਿ ਨੋ ਪੇਨ ਨੋ ਗੇਨ। ਇਸ ਕਰਕੇ ਕਾਫੀ ਇੱਥੇ ਮੁਸ਼ਕਿਲਾਂ ਹੱਲ ਕਰਕੇ ਤੁਸੀਂ ਕਾਮਯਾਬ ਹੋਣਾ। ਯੈਸ ਹਾਂਜੀ। Thank you very much. Thank you, young man. ਹਾਂਜੀ, what's your name? Please introduce yourself. ਮੇਰਾ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵੀਰ ਹੈ, ਮੈਂ ਬਰਨਾਲੇ ਬਠਿੰਡੇ ਦੇ ਨੀਅਰ ਰਹਿਣ ਵਾਲਾ ਬੰਦਾ, ਅਤੇ ਮੈਂ ਇੱਥੇ 1 ਸਾਲ ਦੀ ਮਾਸਟਰ ਲਈ ਆਇਆ। ਵੈਸੇ ਮੈਂ ਪੰਜਾਬ ਤੋਂ ਵੀ ਆਲਰੇਡੀ ਮਾਸਟਰ ਕਰ ਚੁੱਕਿਆ, ਲਵਲੀ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ M.Tech ਕੀਤੀ ਹੋਈ ਹੈ ਮੈਨੇ, 2018 ਦੇ ਵਿੱਚ ਪਾਸ ਆਊਟ ਹੋਇਆ ਸੀ।
ਤੇ ਹੁਣ 1 ਸਾਲ ਲਈ ਇੱਥੇ ਆਇਆ। ਇੱਥੇ ਵੀ 1 ਸਾਲ ਦੀ IT ਸਿਕਿਉਰਿਟੀ ਦੀ ਮਾਸਟਰ ਕਰਨ ਲਈ ਆਇਆ। ਕੀ ਮੁਸ਼ਕਲ ਆਈਆਂ? ਇੱਕ ਤਾਂ ਕਾਫੀ ਹਾਰਡ ਹੈ ਤੁਹਾਡੇ ਲਈ। ਨਹੀਂ, ਇੱਥੇ ਆ ਕੇ ਮੈਨੂੰ ਤਾਂ ਨਹੀਂ ਲੱਗਿਆ ਕੋਈ ਮੁਸ਼ਕਿਲ ਹੈਗੀ ਆ। ਬਹੁਤ ਹੀ ਮਤਲਬ ਵਧੀਆ ਇਨਵਾਇਰਮੈਂਟ ਆ ਅਤੇ ਵਧੀਆ ਹੈਲਪਫੁਲ ਪਰਸਨ ਨੇ। ਈਵਨ ਮੈਂ ਜਰਮਨ ਵਾਲੇ ਵੀ ਦੋਸਤ ਬਣਾਏ ਨੇ ਅਤੇ ਉਹਨਾਂ ਨਾਲ ਵਧੀਆ ਬਹਿਣੀ ਉੱਠਣੀ ਆ ਅਤੇ ਵਧੀਆ ਗੱਲਬਾਤ ਕਰਦੇ ਨੇ। ਇਸ ਕਰਕੇ ਪੰਜਾਬ ਨਾਲ ਵਧੀਆ। ਤੁਸੀਂ ਬਾਹਰ ਕਹਿੰਦੇ ਪੰਜਾਬ ਕਹਿੰਦੇ ਨਹੀਂ, ਤੁਸੀਂ ਆਪਣਾ ਉੱਥੇ ਬਣਾਉਂਦੇ ਸਾਰੇ ਬਾਹਰ ਦਾ ਕਰਦੇ, ਜਿੱਦਾਂ ਯੰਗਸਟਰ ਤੁਹਾਡੇ ਅੰਗਰ ਯੰਗ ਪੀਪਲ ਵਿਦ ਟੈਲੈਂਟ ਪੜ੍ਹਾਈ ਦੇ ਨਾਲ ਬ੍ਰੇਨ ਡਰੇਨ ਐਂਡ ਪੰਜਾਬ ਦੇ ਵਿੱਚ ਕੋਈ ਰਹਿ ਕੇ ਖੁਸ਼ ਨਹੀਂ। ਇਹਦੇ ਬਾਰੇ ਕੀ ਕਹੋਗੇ? ਇਹ ਐਕਚੁਅਲੀ ਆਪਣੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਬ੍ਰੇਨ ਡਰੇਨ ਹੋ ਰਿਹਾ ਹੈਗਾ, ਔਰ ਨੋ ਡਾਊਟ ਹੋ ਰਿਹਾ ਬ੍ਰੇਨ ਡਰੇਨ। ਬਟ ਹੁਣ ਜਿਵੇਂ ਮੇਰੀ ਲੈ ਲਓ, ਮੈਂ MTech ਕੀਤੀ ਹੋਈ ਆ, ਮਾਸਟਰ ਆਲਰੇਡੀ ਕੀਤੀ ਹੋਈ ਆ ਇੰਡੀਆ ਤੋਂ, ਬਟ ਮੈਨੂੰ ਉਸ ਮੇਰੇ ਲੈਵਲ ਦੀ ਜੋਬ ਨਹੀਂ ਮਿਲ ਰਹੀ ਹੈਗੀ। ਮੈਂ ਬਹੁਤ ਟਰਾਈ ਕੀਤੀ, ਅੱਕ ਕੇ ਮੈਨੂੰ ਪ੍ਰਾਈਵੇਟ ਜੋਬ ਕਰਨੀ ਪਈ। ਉੱਥੇ ਵੀ ਵੱਧ ਤੋਂ ਵੱਧ 12-13 ਹਜ਼ਾਰ ਸੈਲਰੀ ਸੀ। ਉਹਦੇ ਨਾਲ ਕੀ ਬਣਦਾ ਹੈਗਾ? ਉਹਦੇ ਨਾਲ ਇੱਕ ਬੰਦਾ ਆਮ ਬੰਦੇ ਦਾ ਗੁਜ਼ਾਰਾ ਹੀ ਨਹੀਂ ਹੁੰਦਾ। ਤਾਂ ਇਸ ਕਰਕੇ ਸਾਨੂੰ ਮਤਲਬ ਪੈਰ ਪੱਟਣਾ ਪੈਂਦਾ, ਬਾਹਰ ਜਾਣਾ ਪੈਂਦਾ। ਬਾਹਰ ਹੁਣ ਜੇ ਇੱਥੇ ਆਪਾਂ ਮਿਹਨਤ ਕਰਾਂਗੇ, ਉਹੀ ਚੀਜ਼ ਆਪਣੀ ਇੰਡੀਆ ਦੇ ਵਿੱਚ ਕਰਨੀ ਆ, ਉਹੀ ਚੀਜ਼ ਇੱਥੇ ਕਰਨੀ ਆ। ਇੱਥੇ ਚੀਜ਼ ਦਾ ਮਤਲਬ ਮੁੱਲ ਪੈਂਦਾ ਗਾ। ਇੱਥੇ ਆਪਾਂ ਨੂੰ ਤਨਖਾਹ ਵਧੀਆ ਮਿਲਦੀ ਆ, ਇੱਥੇ ਆਪਣਾ ਇਨਵਾਇਰਮੈਂਟ ਵਧੀਆ ਅਤੇ ਬਾਕੀ ਆਪਾਂ ਘਰਦਿਆਂ ਨੂੰ ਵੀ ਵਧੀਆ ਖੁਸ਼ ਰੱਖ ਸਕਦੇ ਹਾਂ ਇੱਥੇ। ਥੈਂਕ ਯੂ ਵੈਰੀ ਮਚ ਯੰਗਨ, ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਅਸੀਂ ਉਸ ਵੀ ਵਿਸ਼ ਯੂ ਲੱਕ। ਸਾਰਿਆਂ ਨੂੰ ਅਸੀਂ ਚਾਹੁੰਦੇ ਥੋੜ੍ਹੀ ਤਰੱਕੀ ਹੋਵੇ। ਤੁਸੀਂ ਅਰਦਾਸ ਕਰਨੀ, ਗੁਰਦੁਆਰੇ ਨਾਲ ਜੋੜ ਕੇ ਰਹਿਣਾ, ਇੱਥੇ ਕਮਿਊਨਿਟੀ ਨਾਲ ਇਕੱਠੇ ਰਲ ਮਿਲ ਕੇ ਵਧੀਆ ਤਰੱਕੀ ਕਰਨੀ ਆ। ਅਸੀਂ ਵੀ ਅਰਦਾਸਾਂ ਕਰੂੰਗੇ ਵੀ ਤੁਸੀਂ ਸਾਰੇ ਕਾਮਯਾਬ ਹੋਣ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨੌਜਵਾਨ ਨੇ ਅੰਮ੍ਰਿਤ ਛਕਿਆ ਹੈਗਾ, ਗੁਰਸਿੱਖ ਜੀਵਨ ਹੈਗਾ, ਬਹੁਤ ਵਧੀਆ ਮੁੰਡਾ, ਸਾਰੇ ਵਧੀਆ ਮੁੰਡੇ ਹੈਗੇ। ਐਂਡ ਦੱਸਿਆ ਸਾਨੂੰ ਵੀ ਥੋੜ੍ਹੀ ਜਿਹੀ ਨੂੰ ਜੋਬ ਦੀ ਮੁਸ਼ਕਲ ਆਉਂਦੀ ਆ। ਇਹ ਸੁਣ ਕੇ ਇੱਥੇ ਦੇ ਸੁੱਚਾ ਸਿੰਘ ਬਹੁਤ ਮਹਾਨ ਇਹਨਾਂ ਦੀ ਸੇਵਾ ਹੈਗੀ, ਗੁਰਦੁਆਰੇ ਦੀ ਸੇਵਾ, ਕਮਿਊਨਿਟੀ ਦੀ ਸੇਵਾ। ਵਾਹਿਗੁਰੂ ਦੀ ਮੇਰਾ ਇਨੀ ਬਚਨ ਕੀਤਾ ਵੀ ਜ਼ਰੂਰ ਇਹਨਾਂ ਦੀ ਮਦਦ ਕਰੂਗੇ, ਕੋਈ ਨਾ ਕੋਈ ਇਹਨਾਂ ਦਾ ਹੱਲ ਕਰੂਗੇ। ਸੁੱਚਾ ਸਿੰਘ ਜੀ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਥੋੜ੍ਹਾ ਟਾਈਮ ਲੱਗੂਗਾ, ਕਿਉਂਕਿ ਇੱਥੇ ਥੋੜ੍ਹੀ ਲੈਂਗੁਏਜ ਦੀ ਵੀ ਪ੍ਰੋਬਲਮ ਆ। ਉਹਦੇ ਬਾਕੀ ਕੰਮ ਇੱਥੇ ਮਿਲ ਜਾਂਦਾ, ਕੰਮ ਬਹੁਤ ਜ਼ਿਆਦਾ। ਜਰਮਨ ਦੇ ਵਿੱਚ ਕੰਮ ਦੀ ਕੋਈ ਘਾਟ ਨਹੀਂ। ਤੁਸੀਂ ਮਤਲਬ ਕਿ ਸਾਡੇ ਕੋਲ ਉੱਥੇ ਆਇਓ, ਸਾਡੀ ਸ਼ਾਪ ਦੇ ਉੱਤੇ। ਤੁਹਾਨੂੰ ਐਡਰੈਸ ਦਾ ਪਤਾ ਜਾਂ ਬਾਅਦ ਤੁਹਾਨੂੰ ਮੈਂ ਐਡਰੈਸ ਦੇ ਦੇਣਾ। ਅਸੀਂ ਤੁਹਾਨੂੰ ਮਤਲਬ ਕਿ ਗਾਂ ਦੱਸਾਂਗੇ, ਕਿਤੇ ਨਾ ਕਿਤੇ ਤੁਹਾਡੀ ਮਤਲਬ ਕਿ ਕਿਤੇ ਨਾ ਕਿਤੇ ਕੰਮ 'ਤੇ ਤੁਹਾਨੂੰ ਲਵਾਵਾਂਗੇ। ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ, ਕੋਈ ਫਿਕਰ ਨਹੀਂ ਕਰਨਾ, ਕਿਉਂਕਿ ਕਈ ਵਾਰੀ ਥੋੜ੍ਹਾ ਟਾਈਮ ਜ਼ਰੂਰ ਲੱਗਦਾ। ਇਸ ਕਰਕੇ ਇੰਨਾ ਮਯੂਸ ਨਹੀਂ ਹੋਣਾ, ਕਿਉਂਕਿ ਕੰਮ ਮਿਲੇਗਾ ਇੱਥੇ। ਜਰਮਨ 'ਚ ਕੰਮ ਬਹੁਤ ਜ਼ਿਆਦਾ। ਤੁਸੀਂ ਮਤਲਬ ਕਿ ਸਾਡੇ ਕੋਲ ਕਾਫੀ ਮੁੰਡੇ ਹੁੰਦੇ ਆ, ਅਸੀਂ ਉਹਨਾਂ ਨੂੰ ਮਤਲਬ ਕਿ ਗਾਂਹ ਭੇਜਦੇ ਹਾਂ ਰੈਸਟੋਰੈਂਟਾਂ 'ਚ, ਹੋਰ ਵੀ ਕਈ ਜਗ੍ਹਾ ਜਿੱਥੇ ਵੈਕੈਂਸੀ ਨਿਕਲਦੀ ਆ ਉੱਥੇ ਉਹਨਾਂ ਨੂੰ ਭੇਜੀਦਾ ਅਸੀਂ ਕੰਮ ਵਾਸਤੇ। ਮੁੰਡੇ ਸੈਟਲ ਵੀ ਹੋਏ ਆ, ਕਾਫੀ ਮੁੰਡੇ ਸੈਟਲ ਹੋਏ, ਉਹਨਾਂ ਨੂੰ ਗਾਂਹ। ਅਤੇ ਬਾਕੀ ਤੁਸੀਂ ਜ਼ਰੂਰ ਆਇਓ ਸਾਡੇ ਕੋਲ, ਤੁਹਾਡੀ ਹੈਲਪ ਕਰਾਂਗੇ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਹਾਡੇ ਅੰਕਲ ਸੁੱਚਾ ਸਿੰਘ ਨੇ ਤੁਹਾਨੂੰ ਹੈਲਪ ਕਰਨ ਦੀ ਆਪਣੀ ਇੰਨੀ ਸਪੋਰਟ ਦਿੱਤੀ ਆ, ਤੁਸੀਂ ਕੀ ਕਹੋਗੇ? ਸਾਨੂੰ ਬਹੁਤ ਵਧੀਆ ਲੱਗਿਆ ਕਿ ਭਾਜੀ ਅੰਕਲ ਹੋਣਾ ਨੇ ਸਪੋਰਟ ਕੀਤੀ ਸਾਡੀ। ਹਾਂਜੀ, ਉਹ ਮੇਰੇ ਭਾਜੀ ਹੁਣੀ ਵੀ ਉੱਥੇ ਕੰਮ ਕਰਦੇ ਆ, ਉਹਨਾਂ ਵੀ ਅੱਗੇ ਭਾਜੀ ਹੁਣਾਂ ਬਾਰੇ ਦੱਸਿਆ ਸੀਗਾ। ਹੁਣ ਭਾਜੀ ਹੁਣਾਂ ਨਾਲ ਜਾ ਕੇ ਮਿਲਾਂਗੇ ਅਸੀਂ। ਹਾਂਜੀ, ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ। ਸੁੱਚਾ ਸਿੰਘ ਬਰਲਿਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਰਲਿਨ ਦਾ ਗੁਰਦੁਆਰਾ ਸਾਹਿਬਾਨ ਹੈ, ਜਿੱਥੇ ਇਸ ਵਕਤ ਸਿੱਖ ਚੈਨਲ ਦੀ ਟੀਮ ਜਿਹੜੀ ਆਈ ਹੋਈ ਹੈ, ਜਿੱਥੇ ਹੁਣੇ ਤੁਹਾਨੂੰ ਦੱਸਿਆ ਗਿਆ ਕਿ ਥੋੜ੍ਹੀ ਦੇਰ ਪਹਿਲਾਂ ਕਿ ਹਾਲ ਲੈ ਕੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪੁਰਬ ਮਨਾਉਣ ਜਾ ਰਹੇ ਨੇ। ਆਓ ਹੁਣ ਮੈਂ ਤੁਹਾਨੂੰ ਗੁਰਦੁਆਰੇ ਦੇ ਅੰਦਰ ਲੈ ਜਾਣਾ। ਗੁਰਦੁਆਰੇ ਦੇ ਅੰਦਰ ਦਾ ਗੁਰਦੁਆਰਾ ਸਾਹਿਬ, ਕਿਉਂਕਿ ਇਹ ਇੱਥੋਂ ਦਾ ਇੱਕੋ ਇੱਕ ਗੁਰਦੁਆਰਾ ਹੈ, ਤਾਂ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਦਾ ਆਪਾਂ ਹੁਣ ਟੂਰ ਕਰਦੇ ਹਾਂ। ਇਹ ਹੁਣ ਐਂਟਰੈਂਸ ਹਾਲ ਹੈ ਜੀ, ਆਪਾਂ ਗੁਰਦੁਆਰੇ ਦੇ ਅੰਦਰ ਐਂਟਰ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ। ਆਪਾਂ ਸਭ ਤੋਂ ਪਹਿਲਾਂ ਚੱਲਦੇ, ਕਿਉਂਕਿ ਲੰਗਰ ਹਾਲ ਇਹਨਾਂ ਦਾ ਬੇਸਮੈਂਟ ਦੇ ਵਿੱਚ ਹੈ। ਲੰਗਰ ਹਾਲ ਤੋਂ ਬਾਅਦ ਫਿਰ ਉੱਪਰ ਦਰਬਾਰ ਸਾਹਿਬ ਹੈ। ਤਾਂ ਗੁਰਦੁਆਰੇ ਦੀ ਮੇਰੇ ਖਿਆਲ ਆਪਾਂ ਲੰਗਰ ਹਾਲ ਤੋਂ ਸ਼ੁਰੂਆਤ ਕਰਦੇ ਹਾਂ। ਤਾਂ ਥੱਲੇ ਆਪਾਂ ਦੇਖਦੇ ਹਾਂ ਜੀ ਲੰਗਰ ਸਾਹਿਬ। ਇਹ ਹੁਣ ਆਪਾਂ ਲੰਗਰ ਸਾਹਿਬ ਦੇ ਅੰਦਰ ਐਂਟਰ ਕਰ ਰਹੇ ਹਾਂ ਜੀ। ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ। ਇਹ ਲਾਂਗਰੀ ਨੇ ਗੁਰਦੁਆਰਾ ਸਾਹਿਬ ਦੇ ਜਿਹਨਾਂ ਦੀ ਬਲ ਸਾਹਿਬ ਨੇ ਇੰਟਰਵਿਊ ਵੀ ਕੀਤੀ ਹੈ, ਅਤੇ ਲੰਗਰ ਦੀ ਬੜੀ ਸੇਵਾ ਨਿਭਾ ਰਹੇ ਨੇ ਗੁਰ ਕੇ ਸਿੱਖ। ਆ ਜਾਓ ਜੀ, ਫਿਰ ਆਪਾਂ ਹੁਣ ਇੱਥੇ ਮੋਸਟਲੀ ਸਟੂਡੈਂਟਸ ਜ਼ਿਆਦਾ ਆਏ ਹੋਏ ਨੇ, ਜਿਹੜੇ ਕਿ ਪੜ੍ਹਨ ਵਾਸਤੇ ਆਏ ਹੋਏ ਨੇ। ਅਤੇ ਇਹ ਜ਼ਿਆਦਾ ਸਟੂਡੈਂਟਸ ਇੱਥੋਂ ਦੇ ਕਿਉਂਕਿ ਪ੍ਰਸ਼ਾਦਾ ਛਕ ਰਹੇ ਨੇ। ਇਸ ਵਕਤ ਪ੍ਰਸ਼ਾਦੇ ਦਾ ਟਾਈਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਲੰਗਰ ਛਕਦਿਆਂ ਹੋਇਆਂ ਨੂੰ ਆਪਾਂ ਦੇਖ ਸਕਦੇ ਹਾਂ, ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦਾ।
ਤੇ ਇਸ ਲੰਗਰ ਹਾਲ ਦੇ ਵਿੱਚ ਇਸ ਵਕਤ ਜਿਹੜੇ ਮੋਸਟਲੀ ਸਟੂਡੈਂਟ ਇੱਧਰ ਆਉਂਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ, ਤੁਸੀਂ ਆਪਣਾ ਨਾਮ ਦੱਸਿਓ ਜਰਾ। ਮੇਰਾ ਨਾਮ ਸਰਦਾਰ ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, ਮਤਲਬ ਇੱਥੇ ਮੋਸਟਲੀ ਆ ਸਟੂਡੈਂਟ ਹੀ ਆਏ ਹੋਏ ਇਸ ਵੇਲੇ? ਹਾਂਜੀ, ਤੇ ਸਟੂਡੈਂਟ। ਲੰਗਰ ਕਿੰਨੇ ਵਜੇ ਤੱਕ ਚੱਲਦਾ ਰਹਿੰਦਾ? ਲੰਗਰ ਜੀ ਸ਼ਾਮ ਦੇ 6 ਵਜੇ ਤੱਕ, 6 ਵਜੇ ਤੱਕ ਚੱਲਦਾ ਰਹੇਗਾ ਇਸ ਤਰ੍ਹਾਂ ਹੀ, ਤੇ ਸੰਗਤਾਂ ਆਉਂਦੀਆਂ ਰਹਿਣਗੀਆਂ? ਹਾਂਜੀ ਹਾਂਜੀ। ਕਿਉਂਕਿ ਅੱਜ ਤਾਂ ਹੁਣ ਹਾਲ ਦੇ ਵਿੱਚ ਪ੍ਰੋਗਰਾਮ ਹੈ, ਇਸ ਤੋਂ ਬਾਅਦ ਸੰਗਤਾਂ ਨੇ ਹਾਲ 'ਚ ਚਲੇ ਜਾਣਾ ਹਾਂਜੀ, ਹਾਂਜੀ। ਤੇ ਉਹ ਤੁਸੀਂ ਸਿੱਖ ਚੈਨਲ ਦੇ ਵਿਊਅਰਸ ਨੂੰ ਕੀ ਕਹੋਗੇ? ਅਸੀਂ ਕਹਿੰਦੇ ਵੀ ਛੇਤੀ ਅਸੀਂ ਇੱਥੋਂ ਜੇ ਉਹ ਜੇ ਪ੍ਰਸ਼ਾਦਾ ਛਕ ਲੈਣ ਤੇ ਉੱਥੇ ਨਹੀਂ, ਇਹ ਤਾਂ ਇੱਥੋਂ ਦਾ ਮੈਸੇਜ ਹੋ ਗਿਆ ਨਾ, ਪਰ ਤੁਹਾਡੀ ਜਿਹੜੀ ਸਿੱਖ ਚੈਨਲ ਦੇ ਥਰੂ ਆਵਾਜ਼ ਹੈ ਪੂਰੀ ਦੁਨੀਆ 'ਚ ਜਾ ਰਹੀ ਹੈ ਇਸ ਵਕਤ। ਤੁਹਾਡੀ ਪੂਰੀ ਦੁਨੀਆ ਦੇ ਸਿੱਖਾਂ ਨੂੰ ਕੀ ਕਹੋਗੇ ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਦੇ ਉੱਤੇ? 550 ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਸਾਰੇ ਰਲ ਮਿਲ ਕੇ। ਸਾਰੇ ਰਲ ਮਿਲ ਕੇ ਬਣਾਈਏ ਜੀ। ਤੋ ਇਹ ਹੁਣ ਲੰਗਰ ਹਾਲ ਸੀਗਾ ਜੀ। ਲੰਗਰ ਹਾਲ ਤੋਂ ਫਿਰ ਆਪਾਂ ਚੱਲਦੇ ਹਾਂ ਜੀ ਉੱਪਰ ਦੀਵਾਨ ਹਾਲ ਦੇ ਵਿੱਚ, ਤੇ ਤੁਹਾਨੂੰ ਫਿਰ ਦੀਵਾਨ ਹਾਲ ਦੇ ਵੀ ਆਪਾਂ ਦਰਸ਼ਨ ਕਰਨੇ ਆ ਜਿੱਥੇ ਦੀਵਾਨ ਸਜਦੇ ਨੇ, ਕਿਉਂਕਿ ਹੁਣ ਇਸ ਵਕਤ ਤੱਕ ਤੇ ਭੋਗ ਪੈ ਚੁੱਕਾ ਤੇ ਇੱਥੇ ਹੁਣ ਆਪਾਂ ਉੱਪਰ ਦੀਵਾਨ ਹਾਲ 'ਚ ਚੱਲਦੇ ਹਾਂ। ਭੋਗ ਤਾਂ ਇਸ ਵਕਤ ਪੈ ਚੁੱਕੇ ਨੇ ਕਿਉਂਕਿ ਹਾਲ ਦੇ ਵਿੱਚ ਪ੍ਰੋਗਰਾਮ ਸੀ। ਆਪਾਂ ਲੰਗਰ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਹੁਣ ਜਾ ਰਹੇ ਹਾਂ ਉੱਪਰ, ਔਰ ਉੱਪਰ ਆਪਾਂ ਦੀਵਾਨ ਹਾਲ ਦਾ ਦੇਖਦੇ ਹਾਂ। ਹੁਣ ਆਪਾਂ ਇਸ ਵਕਤ ਦੀਵਾਨ ਹਾਲ ਦੇ ਵਿੱਚ ਐਂਟਰ ਕਰ ਰਹੇ ਹਾਂ, ਜਿੱਥੇ ਸੰਗਤ ਲਗਭਗ ਇੱਥੋਂ ਜਾ ਚੁੱਕੀ ਹੈ। ਸੰਗਤ ਇਸ ਕਰਕੇ ਜਾ ਚੁੱਕੀ ਹੈ ਕਿਉਂਕਿ ਇਸ ਤੋਂ ਬਾਅਦ ਜਿਹੜਾ ਇਹਨਾਂ ਨੇ ਹਾਲ ਦੇ ਵਿੱਚ ਅੱਜ ਦਾ ਪ੍ਰੋਗਰਾਮ ਹੈ ਉਹ ਕਰਨਾ ਹੈ। ਤੋ ਇਹ ਦਰਬਾਰ ਸਾਹਿਬ ਹੈ, ਜਿਹੜਾ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਤੋ ਆਪਾਂ ਮਹਾਰਾਜ ਜੀ ਦੇ ਸੀਸ ਨਿਵਾਉਣ ਤੋਂ ਬਾਅਦ ਸੰਗਤ ਜਿਹੜੀ ਹੈ ਉਹ ਲਗਭਗ ਇੱਥੋਂ, ਕਿਉਂਕਿ ਅੱਜ ਇਹਨਾਂ ਨੇ ਜਲਦੀ ਭੋਗ ਪਾ ਦਿੱਤਾ ਸੀ ਇਸ ਕਰਕੇ, ਕਿਉਂਕਿ ਇਸ ਤੋਂ ਬਾਅਦ ਸੰਗਤ ਨੇ ਹਾਲ ਦੇ ਵਿੱਚ ਜਾਣਾ ਇਸ ਕਰਕੇ। ਤੋ ਇੱਕ ਵਾਰੀ ਆਪਾਂ ਸਾਰੇ ਦਰਬਾਰ ਸਾਹਿਬ ਦਾ ਚਾਰੋਂ ਚੁਫੇਰੇ ਆਪ ਜੀ ਨੂੰ ਦਰਸ਼ਨ ਕਰਵਾ ਦਿੰਦੇ ਹਾਂ। ਆਪਣੇ ਆਪ ਦੇ ਵਿੱਚ ਇੱਕ ਸਤਿਗੁਰ ਦੇ ਚਰਨਾਂ ਦੇ ਵਿੱਚ ਆ ਕੇ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਤੋ ਇਹ ਸਨ ਜੀ ਫਿਰ ਦਰਬਾਰ ਸਾਹਿਬ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਸਿੱਧਾ ਸਟੇਟਵੇ ਉਸ ਹਾਲ ਦੇ ਵਿੱਚ, ਜਿਸ ਹਾਲ ਦੇ ਵਿੱਚ ਇਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪੁਰਬ ਪ੍ਰਕਾਸ਼ ਪੁਰਬ ਬਰਲਿਨ ਦੀਆਂ ਸੰਗਤਾਂ ਮਨਾ ਰਹੀਆਂ ਨੇ। ਤੋ ਇਹ ਹਾਲ ਇੱਥੋਂ ਥੋੜ੍ਹੀ ਜਿਹੀ ਦੂਰ ਹੈ ਔਰ ਸੰਗਤਾਂ ਹਾਲ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਅਸੀਂ ਵੀ ਹਾਲ ਦੇ ਵਿੱਚ ਪਹੁੰਚਦੇ ਹਾਂ। ਹਾਲ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੈਲੀਬ੍ਰੇਸ਼ਨ ਹੋਏਗੀ ਉਹਦਾ ਪੂਰਾ ਅੱਖੀ ਡਿੱਠਾ ਹਾਲ ਤੁਸੀਂ ਸਿੱਖ ਚੈਨਲਸ ਦੇ ਵਿਊਅਰਸ ਦੇਖ ਸਕੋਗੇ ਆਪਣੀਆਂ ਅੱਖਾਂ ਦੇ ਨਾਲ। ਤੋ ਇਹ ਫਿਰ ਆਪਾਂ ਹੁਣ ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਹਾਲ ਦੇ ਵਿੱਚ ਜਿੱਥੇ ਬਰਲਿਨ ਦੀਆਂ ਸੰਗਤਾਂ ਅੱਜ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ।